ਡੰਡੌਤ ਬੰਧਨ ਅਨਿਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਸਤਿਗੁਰੂ ਸੱਚੇ ਪਾਤਸ਼ਾਹ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈਂਦੇ ਹੋਏ ਪਿਛਲੇ ਕੁਛ ਦਿਨਾਂ ਤੋਂ ਅਸੀਂ ਸਾਰੇ ਹੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਪਾਵਨ ਵਿਚਾਰਾਂ ਦੇ ਨਾਲ, ਜੀਵਨ ਦੇ ਨਾਲ ਸਾਂਝ ਪਾ ਰਹੇ ਹਾਂ। ਸਤਿਗੁਰੂ ਜੀ ਦੀ ਪਾਵਨ ਵਿਚਾਰ ਨੂੰ ਆਰੰਭ ਕਰਨ ਤੋਂ ਪਹਿਲੋਂ ਦਸ਼ਮੇਸ਼ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਵੱਲੋਂ ਬਖਸ਼ਿਸ਼ ਕੀਤੀ ਹੋਈ ਫਤਿਹ ਨਾਲ ਸਾਂਝ ਪਾ ਲਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭਨਾਂ ਨੇ ਇਸ ਗੱਲ ਨੂੰ ਪਿਛਲੀ ਵਾਰੀ ਸਰਵਣ ਕੀਤਾ ਕਿ ਕਿਸ ਤਰ੍ਹਾਂ ਸਤਿਗੁਰੂ ਜੀ ਦੇ ਜੋ ਜੀਵਨ ਹੈ ਉਹਦੇ ਵਿੱਚ ਮਾਲਕ ਜੀ ਨੇ ਸਭਨਾਂ ਦਾ ਭਲਾ ਚਾਹੁੰਦਿਆਂ ਹੋਇਆਂ ਹਰ ਇੱਕ ਨੂੰ ਆਜ਼ਾਦ ਜ਼ਿੰਦਗੀ ਜਿਉਣ ਦਾ ਹੁਕਮ ਕੀਤਾ ਸੀ। ਆਜ਼ਾਦ ਜ਼ਿੰਦਗੀ ਜੀ ਹਰ ਕੋਈ ਸਕਦਾ ਹੈ ਆਪਣੀ ਹਸਤੀ ਨੂੰ ਕਾਮਯਾਬ ਰੱਖਣ ਦੇ ਲਈ, ਆਪਣੀ ਹੋਂਦ ਨੂੰ ਕਾਮਯਾਬ ਰੱਖਣ ਦੇ ਲਈ ਆਪਣੇ ਮੁਤਾਬਕ ਉਹ ਚੱਲ ਫਿਰ ਸਕਦਾ ਹੈ, ਆ ਜਾ ਸਕਦਾ ਹੈ ਜਿੱਥੇ ਵੀ ਕਿਸੇ ਦਾ ਮਨ ਕਰੇ। ਜੋ ਵੀ ਉਹਦੇ ਮਨ ਨੂੰ ਚਾਹੁੰਦਾ ਹੈ ਉਹ ਹੰਢਾ ਸਕਦਾ ਹੈ। ਪਰ ਦੂਜੇ ਬੰਨੇ ਉਹਨਾਂ ਦਿਨਾਂ ਦੇ ਵਿੱਚ ਔਰੰਗਜ਼ੇਬ ਅਤੇ ਉਹਦੀ ਜਿਹੜੀ ਕੱਟੜ ਨੀਤੀ ਸੀ, ਖਾਸ ਕਰਕੇ ਹਿੰਦੂ ਧਰਮ ਦੇ ਵਾਸਤੇ ਉਹਨੇ ਇਹੋ ਜਿਹੇ ਕੱਟੜ ਕਾਨੂੰਨ ਤਿਆਰ ਕਰ ਦਿੱਤੇ ਸਨ ਕਿ ਜਿਹਦੇ ਤੋਂ ਅਸੀਂ ਹਿਸਾਬ ਲਾ ਸਕਦੇ ਹਾਂ ਕਿ ਉਹ ਕਿੰਨਾ ਨਿਰਦਈ ਆਦਮੀ ਹੋਵੇਗਾ ਜਿਸ ਬੰਦੇ ਨੇ ਆਪਣੇ ਪਿਤਾ ਸ਼ਾਹਜਹਾਨ ਨੂੰ ਆਗਰੇ ਦੇ ਕਿਲ੍ਹੇ ਵਿੱਚ 18 ਜੂਨ 1658 ਨੂੰ ਕੈਦ ਕੀਤਾ, ਜਿਹਨੂੰ ਕਾਫੀ ਜ਼ਿਆਦਾ ਤਸੀਹੇ ਦਿੱਤੇ ਅਤੇ ਉਹ ਅਖੀਰ ਨੂੰ 1666 ਨੂੰ ਮੌਤ ਦੀ ਘਾਟ ਉਤਰ ਗਿਆ। ਇੰਨਾ ਇਹ ਨਿਰਦਈ ਬੰਦਾ ਸੀ ਜਿਹਨੂੰ ਆਪਣੇ ਪਿਤਾ ਦੀ ਪਰਵਾਹ ਨਹੀਂ, ਜਿਹਨੂੰ ਆਪਣਿਆਂ ਭਰਾਵਾਂ ਦੀ ਪਰਵਾਹ ਨਹੀਂ, ਜਿਹਨੂੰ ਆਪਣੇ ਜਨਮ ਦੇਣ ਵਾਲੇ ਪਿਤਾ ਦੇ ਮਾਤਾ ਦੀ ਕੋਈ ਪਰਵਾਹ ਨਹੀਂ। ਉਹ ਕਿਸੇ ਵਾਸਤੇ ਸਕਾ ਕਿੱਦਾਂ ਹੋ ਸਕਦਾ ਹੈ? ਤੁਸੀਂ ਇਹਦੀਆਂ ਇਹਨਾਂ ਹਰਕਤਾਂ ਨੂੰ ਜਦੋਂ ਸੁਣੋਗੇ, ਜਦੋਂ ਪੜ੍ਹੋਗੇ ਤੇ ਤੁਹਾਨੂੰ ਆਪਣੇ ਆਪ ਪਤਾ ਲੱਗ ਜਾਵੇਗਾ ਕਿ ਇਹਦੇ ਤੋਂ ਵੱਡਾ ਜ਼ੁਲਮੀ ਰਾਜਾ ਵੀ ਕੋਈ ਨਹੀਂ ਹੋ ਸਕਦਾ। ਕਿਸੇ ਦੀ ਧਾਰਮਿਕ ਆਜ਼ਾਦੀ ਨੂੰ ਖੋਹ ਲੈਣਾ। ਤੇ ਗੁਰੂ ਨਾਨਕ ਦੇ ਘਰ ਦਾ ਇਹ ਸਿਧਾਂਤ ਹੈ ਕਿ ਜਿਹੜਾ ਕੋਈ ਸ਼ਰਨ ਦੇ ਵਿੱਚ ਆਵੇਗਾ ਉਹਨੂੰ ਗਲਵੱਕੜੀ ਦੇ ਵਿੱਚ ਲੈ ਕੇ ਉਹਨੂੰ ਪਿਆਰ ਕੀਤਾ ਜਾਵੇਗਾ, ਉਹਨੂੰ ਆਜ਼ਾਦ ਜ਼ਿੰਦਗੀ ਕਿੱਦਾਂ ਜਿਉਣੀ ਹੈ ਉਹ ਸਿਖਾ ਦਿੱਤਾ ਜਾਵੇਗਾ। ਸਤਿਗੁਰੂ ਸੱਚੇ ਪਾਤਸ਼ਾਹ ਨਹੀਂ ਸਨ ਚਾਹੁੰਦੇ ਕਿ ਕਿਸੇ ਦਾ ਧਰਮ ਤਬਦੀਲ ਕੀਤਾ ਜਾਵੇ, ਨਹੀਂ ਸਨ ਇਹ ਗੱਲਾਂ ਚਾਹੁੰਦੇ ਕਿ ਕਿਸੇ ਦੇ ਨਾਲ ਕੋਈ ਅਨਿਆਂ ਕੀਤਾ ਜਾਵੇ। ਸਤਿਗੁਰੂ ਨਹੀਂ ਸਨ ਚਾਹੁੰਦੇ ਕਿ ਕਿਸੇ ਦੀ ਜਿਹੜੀ ਆਜ਼ਾਦੀ ਹੈ ਉਹ ਖੁੱਸ ਜਾਵੇ। ਸ਼ਾਹਜਹਾਨ ਨੂੰ ਮਾਰਨ ਤੋਂ ਬਾਅਦ ਔਰੰਗਜ਼ੇਬ ਨੇ ਦੇਖੋ ਕਿੰਨਾ ਘਟੀਆ ਕੰਮ ਕੀਤਾ ਕਿ ਉਹ ਉਹਦੇ ਜਨਾਜ਼ੇ ਵਿੱਚ ਵੀ ਸ਼ਾਮਲ ਨਾ ਹੋਇਆ। ਫਿਰ ਉਹਦੇ ਬਾਅਦ ਆਪਣੇ ਭਰਾ ਮੁਰਾਦ ਨੂੰ ਦਿੱਲੀ ਦਾ ਤਖਤ ਦੇਣ ਦਾ ਭਰੋਸਾ ਦੇ ਕੇ ਆਪਣੇ ਨਾਲ ਫਿਰ ਉਹਨੇ ਰਲਾਇਆ। ਅਤੇ ਫਿਰ ਇੱਕ ਔਰੰਗਜ਼ੇਬ ਦਾ ਦੂਜਾ ਭਰਾ ਸੀ ਦਾਰਾ, ਉਹਦੇ ਉੱਤੇ ਹਮਲਾ ਕਰਵਾ ਦਿੱਤਾ ਅਤੇ ਆਗਰੇ ਦੇ ਕੋਲ ਫਤਿਆਬਾਦ ਪੈਂਦਾ ਹੈ ਅਤੇ ਉੱਥੇ ਉਹਨੂੰ ਹਰਾ ਦਿੱਤਾ ਸੀਗਾ। ਜਿੱਤ ਦੀ ਖੁਸ਼ੀ ਮਨਾਉਣ ਸਮੇਂ ਮੁਰਾਦ ਨੂੰ ਨਾ ਉਹਨੇ ਔਰੰਗਜ਼ੇਬ ਨੇ ਜ਼ਿਆਦਾ ਸ਼ਰਾਬ ਪਿਆ ਦਿੱਤੀ ਅਤੇ ਬੇਹੋਸ਼ ਕਰਕੇ ਗਵਾਲੀਅਰ ਦੇ ਕਿਲ੍ਹੇ ਵਿੱਚ 5 ਜੁਲਾਈ 1658 ਨੂੰ ਬੰਦ ਕਰਵਾ ਦਿੱਤਾ। ਅਤੇ 3 ਸਾਲ ਬਾਅਦ ਇੱਕ ਸੱਜਦ ਦਾ ਕਤਲ ਉਹਦੇ ਦੋਸ਼ ਦੇ ਵਿੱਚ ਇਹਨੂੰ ਵੀ ਮਰਵਾ ਦਿੱਤਾ, ਆਪਣੇ ਭਰਾ ਨੂੰ। ਵੱਡੇ ਭਰਾ ਦਾਰੇ ਨੂੰ ਵੀ ਇਹਨੇ ਸਾਜ਼ਿਸ਼ ਤਹਿਤ ਮਰਵਾਇਆ ਅਤੇ ਤੀਜਾ ਜਿਹੜਾ ਇਹਦਾ ਭਰਾ ਸ਼ਾਹ ਸ਼ੁਜਾ ਸੀ ਉਹਨੂੰ ਵੀ ਇਹਨੇ ਅਸਾਮ ਵਾਲੀ ਸਾਈਡ ਨੂੰ ਦੌੜਾ ਦਿੱਤਾ ਅਤੇ ਕੁਝ ਸਮੇਂ ਬਾਅਦ ਉਹ ਵੀ ਮਰ ਗਿਆ। ਦਾਰੇ ਦਾ ਪੁੱਤਰ ਸੁਲੇਮਾਨ, ਉਹਦਾ ਵੀ ਇਹਨੇ ਕਤਲ ਕਰਵਾਇਆ। ਦੇਖੋ ਤੁਸੀਂ ਇੱਕ ਰਾਜ ਨੂੰ ਪ੍ਰਾਪਤ ਕਰਨ ਦੇ ਲਈ, ਇੱਕ ਗੱਦੀ ਨੂੰ ਪ੍ਰਾਪਤ ਕਰਨ ਦੇ ਲਈ ਔਰੰਗਜ਼ੇਬ ਨੇ ਕਿੰਨੇ ਕਤਲ ਕਰਾਏ, ਕਿੰਨੇ ਕਤਲ ਕਰਾਏ। ਅਤੇ ਇਹਦੀ ਧਾਰਮਿਕ ਨੀਤੀ ਵੇਖੋ ਇੰਨੀ ਜ਼ਿਆਦਾ ਘਟੀਆ ਸੀ ਕਿ ਜਿਹੜੇ ਇਹਨੇ ਐਲਾਨ ਕਰ ਦਿੱਤਾ ਸੀਗਾ ਕਿ ਨਵੇਂ ਮੰਦਰ ਜਿਹੜੇ
ਉਹ ਬਣਾਏ ਨਹੀਂ ਜਾਣਗੇ। ਪੁਰਾਣੇ ਮੰਦਰ ਜਿਹੜੇ ਨੇ ਉਹਨਾਂ ਦੇ ਰਿਪੇਅਰਾਂ ਨਹੀਂ ਕੀਤੀਆਂ ਜਾਣਗੀਆਂ। ਜਿਹੜੇ ਪੁਰਾਣੇ ਮੰਦਰ ਨੇ ਨਾ ਉਹਨਾਂ ਦੇ ਰਿਪੇਅਰਾਂ ਨਹੀਂ ਕੀਤੀਆਂ ਜਾਣਗੀਆਂ, ਉਹ ਇੱਦਾਂ ਹੀ ਰਹਿਣਗੇ। ਇਹਦੀ ਸੋਚ ਸੀ ਕਿ ਜੇ ਇਹਨਾਂ ਦੀ ਰਿਪੇਅਰ ਹੋ ਗਈ ਤਾਂ ਇਹ ਫਿਰ ਬੜਾ ਸਮਾਂ ਖੜ੍ਹੇ ਰਹਿਣਗੇ। ਜੇ ਰਿਪੇਅਰਾਂ ਨਾ ਹੋਈਆਂ ਨਾ ਇਹਨਾਂ ਦੀਆਂ, ਆਪੇ ਇਹਨਾਂ ਦੇ ਦੀਵਾਰਾਂ ਛੱਤਾਂ ਡਿੱਗ ਜਾਣਗੀਆਂ ਅਤੇ ਮੰਦਰ ਖਤਮ ਹੋ ਜਾਣਗੇ। ਇਸ ਬੰਦੇ ਨੇ ਇੰਨੇ ਜ਼ਿਆਦਾ ਘਟੀਆ ਕਾਨੂੰਨ ਤਿਆਰ ਕਰ ਦਿੱਤੇ ਕਿ ਹਿੰਦੂਆਂ ਦੇ ਵਾਸਤੇ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਸੀ। ਉਹਨਾਂ ਦਿਨਾਂ ਦੇ ਵਿੱਚ ਸਾਹ ਲੈਣਾ ਵੀ ਮੁਸ਼ਕਿਲ ਹੋ ਗਿਆ ਸੀ। ਬਨਾਰਸ ਦੇ ਵਿੱਚ ਇਹਨੇ ਅਨੇਕਾਂ ਮੰਦਰ ਢਾਹ ਦਿੱਤੇ, ਉੱਥੇ ਫਿਰ ਮਸਜਿਦਾਂ ਬਣਵਾਈਆਂ। ਇਹਨੇ ਸਰਕਾਰੀ ਨੌਕਰੀਆਂ ਦੇ ਵਿੱਚੋਂ ਉਹਨਾਂ ਦੇ ਜਿਹੜੇ ਨੌਕਰੀਆਂ ਦੇ ਵਿੱਚ ਕੋਟੇ ਸੀ ਉਹ ਘਟਾ ਦਿੱਤੇ ਗਏ, ਤਾਂ ਕਿ ਬਿਲਕੁਲ ਨਾਮ ਮਾਤਰ ਹੀ ਉਹਨਾਂ ਨੂੰ ਜਿਹੜਾ ਕਿ ਨੌਕਰੀਆਂ ਸਰਕਾਰਾਂ ਦੇ ਵਿੱਚ ਜਗ੍ਹਾ ਮਿਲਣੀ ਸ਼ੁਰੂ ਹੋ ਗਈ। ਇਹ ਆਪ ਔਰੰਗਜ਼ੇਬ ਸੁੰਨੀ ਕੌਮ ਦਾ ਮੁਸਲਮਾਨ ਸੀ ਅਤੇ ਸ਼ੀਆ ਫਿਰਕੇ ਦੇ ਮੁਸਲਮਾਨਾਂ 'ਤੇ ਵੀ ਇਹ ਬੜਾ ਕਰੋਪੀ ਢਾਹ ਚੁੱਕਾ ਸੀ। ਸ਼ੀਆ ਮੁਸਲਮਾਨਾਂ ਦੇ ਸਿਰਕੱਢ ਆਗੂ ਮੁਹੰਮਦ ਨੂੰ ਵੀ ਇਹਨੇ ਕਤਲ ਕਰਵਾ ਦਿੱਤਾ। ਈਰਾਨ ਤੋਂ ਇੱਕ ਸੂਫੀ ਫਕੀਰ ਆਇਆ ਸੀਗਾ, ਉਹਦਾ ਵੀ ਇਹਨੇ ਕਤਲ ਕਰਵਾ ਦਿੱਤਾ। ਅਤੇ ਇਹਨੇ ਹੋਰ ਅਨੇਕਾਂ ਇਹੋ ਜਿਹੇ ਪ੍ਰਚਾਰਕ ਜਿਹੜੇ ਸਨ ਉਹਨਾਂ ਦੇ ਕਤਲ ਕਰਵਾਏ। ਇਹ ਨਹੀਂ ਸੀ ਚਾਹੁੰਦਾ ਕਿ ਮੇਰੇ ਸਾਹਮਣੇ ਕੋਈ ਸਿਰ ਚੁੱਕ ਕੇ ਚੱਲੇ। ਮੈਂ ਜੋ ਕੁਛ ਕਹਿ ਦਿੱਤਾ ਹੈ ਉਹ ਕੁਝ ਹੀ ਸੱਚ ਮੰਨਣ। ਅਤੇ ਹਿੰਦੂਆਂ ਦੇ ਉੱਤੇ ਇੰਨਾ ਜ਼ਿਆਦਾ ਜ਼ੁਲਮ ਕੀਤਾ ਇਹਨੇ। ਆਪਣੇ ਸਮੇਂ ਦੇ ਵਿੱਚ ਇਹਨੇ ਇੱਕ ਗਵਰਨਰ ਥਾਪਿਆ ਜਿਹਦਾ ਨਾਮ ਸੀ ਇਫਤਿਖਾਰ ਖਾਨ, ਅਤੇ ਉਹਨੂੰ ਕਸ਼ਮੀਰ ਦਾ ਗਵਰਨਰ ਬਣਾ ਕੇ ਜਦੋਂ ਭੇਜਿਆ ਨਾ, ਅਤੇ ਉਹ ਇਹਦੇ ਤੋਂ ਵੀ ਜ਼ਿਆਦਾ ਅਤਿਆਚਾਰੀ ਨਿਕਲਿਆ। ਉਹ ਵੀ ਬੜਾ ਤੰਗ ਦਿਲ, ਕੱਟੜ, ਜਨੂੰਨੀ ਅਤੇ ਅਤਿਆਚਾਰੀ ਸੁਭਾਅ ਵਾਲਾ ਸੀਗਾ। ਅਤੇ ਇਹਨੇ ਉਹਨੂੰ ਗਵਰਨਰ ਦਾ ਖਿਤਾਬ ਦੇ ਕੇ ਜਦੋਂ ਕਸ਼ਮੀਰ ਵਿੱਚ ਲਾਇਆ ਨਾ, ਉਹ ਇਫਤਿਖਾਰ ਖਾਨ ਇਹ ਜਾਣਦਾ ਸੀ ਕਿ ਜੇ ਕਿਤੇ ਇਹਨਾਂ ਦੇ ਇੱਕ ਵੀ ਹਿੰਦੂ ਬ੍ਰਾਹਮਣ ਨੂੰ ਕਸ਼ਮੀਰ 'ਚੋਂ ਮੈਂ ਮੁਸਲਮਾਨ ਬਣਾ ਲੈਂਦਾ ਹਾਂ ਅਤੇ ਅੱਗੇ ਅੱਗੇ ਆਪੇ ਚੇਨ ਚੱਲਦੀ ਹੋਈ ਇਹ ਫਿਰ ਇਸਲਾਮ ਨੂੰ ਕਬੂਲ ਕਰ ਲੈਣਗੇ। ਪਰ ਉਹ ਵੀ ਜਾਣਦੇ ਸਨ ਕਿ ਸਾਡੀ ਵੀ ਰੱਖਿਆ ਕੇਵਲ ਅਤੇ ਕੇਵਲ ਸਿੱਖ ਧਰਮ ਦੇ ਆਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹੀ ਕਰਨਗੇ। ਅਤੇ ਉਹਨੇ ਜਾਂਦਿਆਂ ਹੀ ਕਸ਼ਮੀਰ ਦੇ ਵਿੱਚ ਜ਼ੁਲਮ ਢਾਉਣੇ ਸ਼ੁਰੂ ਕਰ ਦਿੱਤੇ। ਜਗ੍ਹਾ ਜਗ੍ਹਾ ਦੇ ਉੱਤੇ ਉਹਨਾਂ ਨੂੰ ਜਲੀਲ ਕਰਨਾ ਸ਼ੁਰੂ ਕਰ ਦਿੱਤਾ। ਧਾਰਮਿਕ ਅਸਥਾਨਾਂ 'ਤੇ ਜਾਣ 'ਤੇ ਉਹਨਾਂ ਦਾ ਟੈਕਸ ਵਧਾ ਦਿੱਤਾ। ਵਾਧੂ ਵਿਕਰੀ 'ਤੇ ਉਹਨਾਂ ਦਾ ਟੈਕਸ ਕਰ ਦਿੱਤਾ। ਧਾਰਮਿਕ ਯਾਤਰਾ ਉਹਨਾਂ ਨੇ ਤਕਰੀਬਨ ਬੰਦ ਵਰਗੀਆਂ ਕਰਵਾ ਦਿੱਤੀਆਂ। ਜੇ ਕੋਈ ਉਹ ਧਾਰਮਿਕ ਸਮਾਗਮ ਕਰਵਾਉਂਦੇ ਸਨ ਤਾਂ ਸਰਕਾਰੀ ਤੌਰ 'ਤੇ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀ ਸੀ, ਅਤੇ ਪਰਮਿਸ਼ਨ ਲੈਣ ਦਾ ਇੰਨਾ ਜ਼ਿਆਦਾ ਟੈਕਸ ਵਧਾ ਦਿੱਤਾ ਗਿਆ ਕਿ ਜਾਂ ਤਾਂ ਉਹ ਸਮਾਗਮ ਕਰਵਾ ਸਕਦੇ ਸਨ ਅਤੇ ਜਾਂ ਫਿਰ ਗੌਰਮੈਂਟ ਨੂੰ ਟੈਕਸ ਭਰ ਸਕਦੇ ਸਨ। ਕਿਉਂਕਿ ਉਹ ਜਾਣਦਾ ਸੀ ਇਹਨਾਂ ਦੇ ਧਾਰਮਿਕ ਸਮਾਗਮ ਜਿਹੜੇ ਖਤਮ ਕਰੋ, ਇਹਨਾਂ ਦਾ ਪ੍ਰਚਾਰ ਖਤਮ ਹੋਵੇਗਾ ਅਤੇ ਇਹਨਾਂ ਦਾ ਧਰਮ ਆਪਣੇ ਆਪ ਖਤਮ ਹੋ ਜਾਵੇਗਾ। ਨੌਕਰੀਆਂ ਬਿਲਕੁਲ ਉਹਨਾਂ ਦੀਆਂ ਸਰਕਾਰੀ ਘਟਾ ਦਿੱਤੀਆਂ ਗਈਆਂ। ਨਵੇਂ ਮੰਦਰ, ਸ਼ਿਵਾਲੇ ਸਭ ਕੁਛ ਬੰਦ ਕਰਵਾਉਣ ਤੀਕਰ ਇਹ ਤੁਲ ਗਿਆ ਸੀਗਾ। ਇੰਨਾ ਜ਼ਿਆਦਾ ਇਫਤਿਖਾਰ ਖਾਨ ਜਿੱਦਾਂ ਕਹਿ ਲਓ ਕਿ ਜ਼ਾਲਮ ਬੰਦਾ ਸੀ। ਅਤੇ ਧਾਰਮਿਕ ਆਗੂਆਂ ਨੂੰ ਉਹਨੇ ਬੇਪੱਤ ਕਰਨਾ ਸ਼ੁਰੂ ਕਰ ਦਿੱਤਾ। ਜਿੱਥੇ ਜੀ ਕਰਨਾ ਇਹਨਾਂ ਦੇ ਜਨੇਊ ਤੋੜ ਦੇਣੇ, ਜਿੱਥੇ ਜੀ ਕਰਨਾ ਟਿੱਕੇ ਸਾਫ਼ ਕਰ ਦੇਣੇ, ਧੀਆਂ ਭੈਣਾਂ ਦੀਆਂ ਇੱਜ਼ਤਾਂ ਨੂੰ ਹੱਥ ਪਾਉਣਾ ਸ਼ੁਰੂ ਕਰ ਦਿੱਤਾ। ਬਹੁਤ ਕੁਛ ਕੀਤਾ ਇਹਨੇ, ਇਸ ਬੰਦੇ ਨੇ, ਇਹਨਾਂ ਨੂੰ ਤੰਗ ਕਰਨ ਦੇ ਲਈ। ਫਿਰ ਕਸ਼ਮੀਰੀ ਪੰਡਤਾਂ ਨੂੰ ਕਿਸੇ ਨੇ ਸਲਾਹ ਦਿੱਤੀ, ਸੂਝਵਾਨ ਪੰਡਤਾਂ ਨੂੰ, ਕਿਉਂਕਿ ਬੜਾ ਕੁਝ ਕੀਤਾ ਪੰਡਤਾਂ ਨੇ ਵੀ, ਬੜੇ ਹਵਨ ਕੀਤੇ, ਬੜੇ ਯੱਗ ਕਰਵਾਏ, ਬੜੇ ਨੱਕ ਗੋਡੇ ਰਗੜੇ ਕਿ ਸ਼ਾਇਦ ਕਿਤੇ ਨਾ ਕਿਤੇ ਤਾਂ ਸਾਨੂੰ ਖੈਰ ਪੈ ਜਾਵੇਗੀ। ਪਰ ਜਦੋਂ ਨਹੀਂ ਨਾ ਕੁਛ ਹੱਥ ਪੱਲੇ ਚੜ੍ਹਿਆ ਅਤੇ ਕਿਸੇ ਸਿਆਣੇ ਸੂਝਵਾਨ ਨੇ ਕਿਹਾ ਕਿ ਇਉਂ ਕਰੋ, ਜੇ ਧਾਰਮਿਕ ਤੌਰ 'ਤੇ ਆਜ਼ਾਦੀ ਚਾਹੁੰਦੇ ਹੋ ਨਾ, ਅਨੰਦਪੁਰ ਸਾਹਿਬ ਚਲੇ ਜਾਓ। ਉੱਥੇ ਸਿੱਖਾਂ ਦੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਹਨ, ਅਤੇ ਉਹ ਗੁਰੂ ਨਾਨਕ ਦੀ ਗੁਰਗੱਦੀ ਦੇ ਵਾਰਸ ਹਨ। ਅਤੇ ਗੁਰੂ ਨਾਨਕ ਸਾਹਿਬ ਜੀ ਦਾ ਇਹ ਸਿਧਾਂਤ ਹੈ ਕਿ ਕਿਸੇ ਨੂੰ ਦੁਖੀ ਨਹੀਂ ਕਰਨਾ, ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ। ਜਿਹੜਾ ਸ਼ਰਨ ਦੇ ਵਿੱਚ ਆਵੇਗਾ ਉਹ ਸਤਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੇਗਾ। ਕਿਸੇ ਨੇ ਸਮਝਾਉਣਾ ਕੀਤਾ ਕਿ ਚਲੇ ਜਾਓ ਉੱਥੇ। ਉੱਥੇ ਗਏ। ਕਸ਼ਮੀਰੀ ਪੰਡਤਾਂ ਦਾ ਟੋਲਾ ਜਿਹੜਾ ਸੀ ਉੱਥੇ ਜਦੋਂ ਪਹੁੰਚਿਆ, ਇਤਿਹਾਸਕਾਰ ਦੱਸਦੇ ਹਨ ਕਿ ਇਹਨਾਂ ਦਾ ਆਗੂ ਪੰਡਿਤ ਕਿਰਪਾ ਰਾਮ ਸਭ ਤੋਂ ਅੱਗੇ ਲੱਗਿਆ ਅਤੇ ਆ ਕੇ ਸਤਿਗੁਰੂ ਜੀ ਦੇ ਚਰਨਾਂ 'ਚ ਬੈਠਿਆ ਜਦੋਂ, ਅਤੇ ਸਾਰੀ ਵਿਥਿਆ ਦੱਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਕਿੱਦਾਂ ਸਾਨੂੰ ਜਲੀਲ ਕੀਤਾ ਜਾਂਦਾ ਹੈ, ਕਿੱਦਾਂ ਸਾਨੂੰ ਉੱਥੇ ਸਾਡੇ ਧਾਰਮਿਕ ਜਿਹੜੇ ਗ੍ਰੰਥ ਹਨ ਉਹਨਾਂ ਦਾ ਅਪਮਾਨ ਕੀਤਾ ਜਾਂਦਾ ਹੈ, ਸਾਡੇ ਮੰਦਰਾਂ ਨੂੰ ਤੋੜਿਆ ਜਾਂਦਾ ਹੈ,
ਸਤਿਗੁਰੂ ਜੀ ਤੁਸੀਂ ਮਿਹਰ ਕਰ ਦਿਓਗੇ ਤੇ ਸਾਡਾ ਸ਼ਾਇਦ ਕੋਈ ਨਾ ਕੋਈ ਪਾਰ ਉਤਾਰਾ ਹੋ ਜਾਵੇਗਾ। ਸਤਿਗੁਰੂ ਸੰਗਤ ਦੇ ਵਿੱਚ ਬੈਠੇ ਹਨ ਮਾਲਕ ਜੀ, ਤੇ ਥੋੜ੍ਹੇ ਸਮੇਂ ਬਾਅਦ ਬਾਲਕ ਗੋਬਿੰਦ ਰਾਏ ਆਉਂਦੇ ਹਨ। ਉਹ ਪਿਤਾ ਜੀ ਨੂੰ ਪੁੱਛਦੇ ਹਨ ਕਿ ਇਹ ਕੌਣ ਹਨ ਜਿਹੜੇ ਅੱਜ ਨਵੇਂ ਸਰੀਰ ਬੈਠੇ ਹਨ? ਪੁਰਾਣੀਆਂ ਸੰਗਤਾਂ ਵੀ ਬੈਠੀਆਂ ਨੇ, ਪਰ ਨਵੇਂ ਸਰੀਰ ਕਿਹੜੇ ਬੈਠੇ ਹੋਏ ਹਨ? ਇਹ ਕੌਣ ਹਨ ਜਿਹੜੇ ਇੱਥੇ ਤੁਹਾਡੇ ਸਾਹਮਣੇ ਬੈਠੇ ਹਨ ਅਤੇ ਬੜੇ ਚਿਹਰੇ ਉਤਰੇ ਹਨ? ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਸਾਰੀ ਵਿਥਿਆ ਸੁਣਾਈ। ਕਹਿਣ ਲੱਗੇ ਕਿ ਔਰੰਗਜ਼ੇਬ ਜਿਹੜਾ ਹੈ ਉਹ ਇਹਨਾਂ ਨੂੰ ਜਲੀਲ ਕਰਦਾ ਹੈ, ਇਹਨਾਂ ਦੇ ਧਰਮ ਉੱਤੇ ਜ਼ੁਲਮ ਢਾਉਂਦਾ ਹੈ, ਉਹ ਇਹਨਾਂ ਦੇ ਮੰਦਰਾਂ ਦੇ ਉਸਾਰੀਆਂ ਬੰਦ ਕਰ ਦਿੱਤੀਆਂ ਹਨ। ਅਤੇ ਸਤਿਗੁਰੂ ਕਹਿਣ ਲੱਗੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਿ ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ। ਬਾਲਕ ਗੋਬਿੰਦ ਰਾਏ ਪੁੱਛਣ ਲੱਗੇ ਸਤਿਗੁਰੂ ਜੀ ਕੁਛ ਤਾਂ ਇੱਦਾਂ ਦਾ ਹੋਵੇਗਾ ਨਾ ਤਰੀਕਾ ਕਿ ਜਿਹਦੇ ਨਾਲ ਇਹਨਾਂ ਨੂੰ ਬਚਾ ਲਿਆ ਜਾਵੇਗਾ, ਫਿਰ ਵੀ ਤੁਹਾਡੀ ਸ਼ਰਨ 'ਚ ਆਏ ਹਨ। ਅਤੇ ਮਾਲਕ ਜੀ ਕਹਿਣ ਲੱਗੇ ਜੇ ਕੋਈ ਪੂਰਨ ਮਹਾਂਪੁਰਸ਼ ਆਪਣੇ ਸਰੀਰ ਦਾ ਬਲੀਦਾਨ ਦੇ ਦੇਵੇ ਨਾ, ਅਤੇ ਫਿਰ ਤਾਂ ਸ਼ਾਇਦ ਇਹਨਾਂ ਦਾ ਧਰਮ ਬਚ ਸਕਦਾ ਹੈ। ਅਤੇ ਸਤਿਗੁਰੂ ਜੀ ਦਾ ਜਦੋਂ ਇਹ ਸ਼ਬਦ ਸੁਣਿਆ ਨਾ, ਮੁਖੜੇ ਤੋਂ ਬਚਨ ਸੁਣਿਆ, ਅਤੇ ਬਾਲਕ ਗੋਬਿੰਦ ਰਾਏ ਕਹਿਣ ਲੱਗੇ ਤੁਹਾਡੇ ਤੋਂ ਪੂਰਨ ਮਹਾਂਪੁਰਸ਼ ਕੋਈ ਨਹੀਂ ਹੋ ਸਕਦਾ ਇਸ ਸਮੇਂ। ਜਦੋਂ ਇੰਨੀ ਗੱਲ ਕਹੀ ਨਾ, 9 ਸਾਲ ਦੀ ਉਮਰ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ, ਬਾਲ ਅਵਸਥਾ ਸੀ, ਪਹਿਲਾ ਨਾਮ ਗੋਬਿੰਦ ਰਾਏ ਸੀ। ਜਦੋਂ ਗੋਬਿੰਦ ਰਾਏ ਜੀ ਨੇ ਇਹ ਗੱਲ ਕਹੀ ਨਾ, ਅਤੇ ਕੁਝ ਸਿੱਖ ਜਿਹੜੇ ਸਤਿਗੁਰਾਂ ਦੇ ਮੂੰਹ ਵੱਲ ਵੇਖਣ ਲੱਗ ਪਏ, ਚਿਹਰੇ ਵੱਲ, ਕਿਉਂਕਿ ਗੱਲ ਬੜੀ ਵੱਡੀ ਕਹਿ ਦਿੱਤੀ ਸੀ। ਇੱਕ ਪਿਤਾ ਦਾ ਸਾਇਆ ਚਲੇ ਜਾਣਾ ਇਸ ਉਮਰੇ ਬਾਲ ਅਵਸਥਾ 'ਚ, ਅਤੇ ਦੂਜੀ ਗੁਰੂ ਨਾਨਕ ਦੇ ਘਰ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸਿਰ 'ਤੇ ਆ ਜਾਣੀ ਸੀ। ਜਦੋਂ ਇਹ ਬਚਨ ਸਤਿਗੁਰੂ ਜੀ ਨੇ ਸੁਣਿਆ ਨਾ, ਗੁਰੂ ਤੇਗ ਬਹਾਦਰ ਜੀ ਨੇ ਘੁੱਟ ਕੇ ਗਲਵੱਕੜੀ 'ਚ ਲੈ ਲਿਆ, ਸੀਨੇ ਦੇ ਨਾਲ ਲਾ ਲਿਆ। ਕਹਿਣ ਲੱਗੇ ਸਤਿਗੁਰੂ, ਕਹਿਣ ਲੱਗੇ ਮੈਨੂੰ ਹੁਣ ਯਕੀਨ ਹੈ, ਵਿਸ਼ਵਾਸ ਹੋ ਗਿਆ ਵਾ ਕਿ ਗੁਰੂ ਨਾਨਕ ਦੀ ਗੁਰਗੱਦੀ ਦਾ ਵਾਰਸ ਜਿਹੜਾ ਹੈ ਸਿਧਾਂਤ ਦੀ ਹੀ ਗੱਲ ਕਰੇਗਾ। ਮੇਰੇ ਜਾਣ ਦੇ ਬਾਅਦ ਉਹ ਝੁਕੇਗਾ ਨਹੀਂ ਜ਼ੁਲਮਾਂ ਦੇ ਅੱਗੇ, ਜ਼ੁਲਮ ਅੱਗੇ ਝੁਕੇਗਾ ਨਹੀਂ, ਸਗੋਂ ਜ਼ੁਲਮ ਦੇ ਕਰਨ ਵਾਲਿਆਂ ਦੇ ਮੂੰਹ ਮੋੜੇਗਾ, ਟਾਕਰੇ ਕਰੇਗਾ ਉਹਨਾਂ ਦੇ। ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਗਲਵੱਕੜੀ 'ਚ ਲੈਂਦੇ ਹੋਏ ਸਤਿਗੁਰੂ ਨੇ ਜਿਹੜੇ ਉਹ ਆਏ ਸਨ ਪੰਡਤ, ਉਹਨਾਂ ਨੂੰ ਕਹਿਣਾ ਸ਼ੁਰੂ ਕੀਤਾ ਕਿ ਜਾਓ, ਚਲੇ ਜਾਓ ਆਪੋ ਆਪਣੇ ਘਰਾਂ ਨੂੰ, ਅਤੇ ਔਰੰਗਜ਼ੇਬ ਤੱਕ ਇਹ ਗੱਲ ਪਹੁੰਚਾ ਦਿਓ ਕਿ ਅੱਗੇ ਤੂੰ ਸਾਨੂੰ ਸਾਰਿਆਂ ਨੂੰ ਹਿੰਦੂ ਬਣਾਉਣਾ ਸੀ ਨਾ, ਸਾਡੇ ਸਾਰਿਆਂ ਉੱਤੇ ਤੂੰ ਜ਼ੁਲਮ ਢਾਉਣਾ ਸੀ, ਸਾਨੂੰ ਖ਼ਤਮ ਕਰਨਾ ਪੈਣਾ ਸੀ, ਬੜੀ ਮਿਹਨਤ ਕਰਨੀ ਪੈਣੀ ਸੀ, ਹੁਣ ਤੁਹਾਨੂੰ ਇੱਕੋ ਜਾਣੇ ਨੂੰ ਹੀ ਮੁਸਲਮਾਨ ਬਣਾਉਣਾ ਪੈਣਾ ਹੈ। ਉਹਦੇ ਤੱਕ ਨਾ ਇਹ ਸੁਨੇਹਾ ਪਹੁੰਚਾ ਦਿਓ, ਉਹਦੇ ਤੱਕ ਇਹ ਸੁਨੇਹਾ ਪਹੁੰਚਾ ਦਿਓ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ ਤੂੰ ਇਸਲਾਮ ਕਬੂਲ ਕਰਵਾ ਲੈ, ਅਸੀਂ ਸਾਰੇ ਹੀ ਇਸਲਾਮ ਕਬੂਲ ਕਰ ਲਵਾਂਗੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਇਹ ਜਿਹੜਾ ਸੁਨੇਹਾ ਸੀ ਔਰੰਗਜ਼ੇਬ ਤੱਕ ਪਹੁੰਚਾਇਆ ਗਿਆ, ਅਤੇ ਔਰੰਗਜ਼ੇਬ ਵੀ ਬੜਾ ਖੁਸ਼ ਹੋਇਆ। ਕਹਿਣ ਲੱਗਿਆ ਪਹਿਲਾਂ ਇੰਨਿਆਂ ਨੂੰ ਮਾਰਨਾ ਪੈਣਾ ਸੀ, ਇੰਨਿਆਂ ਉੱਤੇ ਜ਼ੁਲਮ ਕਰਨਾ ਪੈਣਾ ਸੀ, ਹੁਣ ਤਾਂ ਇੱਕੋ ਜਣੇ ਨੂੰ ਹੀ ਮਾਰਨਾ ਆ, ਅਤੇ ਬਾਕੀ ਸਾਰਿਆਂ ਨੇ ਆਪਣੇ ਆਪ ਇਸਲਾਮ ਕਬੂਲ ਕਰ ਲੈਣਾ। ਪਰ ਔਰੰਗਜ਼ੇਬ ਇਹ ਨਹੀਂ ਸੀ ਜਾਣਦਾ ਕਿ ਜੋ ਬਚਨ ਕਹਿ ਦਿੱਤਾ ਉਹਦੇ ਉੱਤੇ ਫੁੱਲ ਹੀ ਚੜਾਉਣੇ ਹਨ ਸਤਿਗੁਰਾਂ ਨੇ। ਬੜੇ ਤਸੀਹੇ ਦਿੱਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ। ਫਿਰ ਉਸ ਤੋਂ ਬਾਅਦ ਗੁਰਗੱਦੀ ਦਿੱਤੀ, ਅਤੇ ਆਪ ਗੁਰੂ ਕੀਆਂ ਸੰਗਤਾਂ ਤੋਂ ਆਗਿਆ ਲੈਂਦੇ ਹੋਏ ਅਤੇ ਨਾਲ ਆਪਣੇ 3 ਗੁਰੂ ਦੇ ਸਿੱਖ ਲਏ ਅਤੇ ਦਿੱਲੀ ਵੱਲ ਨੂੰ ਚੱਲ ਪਏ। ਸਤਿਗੁਰੂ ਸੱਚੇ ਪਾਤਸ਼ਾਹ ਅਨੰਦਪੁਰ ਸਾਹਿਬ ਤੋਂ ਚੱਲੇ, ਫਿਰ ਕੀਰਤਪੁਰ ਸਾਹਿਬ, ਫਿਰ ਰੋਪੜ, ਨਨਹੇੜਾ, ਸੇਖਾਬਾਦ ਹੁੰਦੇ ਹੋਏ ਫਿਰ ਅੱਗੇ ਮਾਲਕ ਜੀ ਸਮਾਣਾ, ਕੈਥਲ, ਲਖਣ ਮਾਜਰਾ ਅਤੇ ਰੋਹਤਕ ਹੁੰਦਿਆਂ ਹੋਇਆਂ ਸਾਹਿਬ ਸੱਚੇ ਪਾਤਸ਼ਾਹ ਆਗਰੇ ਪਹੁੰਚਦੇ ਹਨ। ਅਤੇ ਆਗਰੇ ਪਹੁੰਚ ਕੇ ਸਤਿਗੁਰੂ ਜੀ ਨੇ ਆਪਣੀ ਗ੍ਰਿਫਤਾਰੀ ਬੜੇ ਤਰੀਕੇ ਦੇ ਨਾਲ ਕਰਵਾਈ। ਇੱਕ ਨਾ ਉੱਥੇ ਹਸਨ ਅਲੀ ਕਰਕੇ ਨਾ ਆਜੜੀ ਸੀਗਾ, ਅਤੇ ਉਹ ਚਾਹੁੰਦਾ ਸੀਗਾ ਕਿ ਕਿਉਂਕਿ ਸਤਿਗੁਰਾਂ ਦੇ ਨਾ ਜਦੋਂ ਇਹ ਬਚਨ ਕੀਤਾ ਸੀ ਕਿ ਔਰੰਗਜ਼ੇਬ ਨੂੰ ਕਹਿ ਦਿਓ, ਢੰਡੋਰਾ ਪਿਟਵਾਇਆ ਗਿਆ ਔਰੰਗਜ਼ੇਬ ਨੇ ਕਿ ਜਿੱਥੇ ਕਿਤੇ ਵੀ ਹੁਣ ਇਹਨਾਂ ਨੂੰ ਗ੍ਰਿਫਤਾਰ ਕਰਵਾਇਆ ਜਾਵੇ ਅਤੇ ਇਨਾਮ ਦਿੱਤਾ ਜਾਵੇਗਾ। ਜਿਹੜਾ ਹਸਨ ਅਲੀ ਸੀ ਨਾ, ਉਹ ਜਾਣਦਾ ਸੀਗਾ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਹੀਦੀ ਤਾਂ ਦੇਣੀ ਹੀ ਦੇਣੀ ਹੈ, ਗ੍ਰਿਫਤਾਰ ਹੋਣਾ ਤਾਂ ਹੋਣਾ ਹੀ ਹੈ, ਪਰ ਜੇ ਕਿਤੇ ਮੇਰੇ ਗਰੀਬ ਦੇ ਰਾਹੀਂ ਗ੍ਰਿਫਤਾਰ ਹੋ ਜਾਣ ਨਾ, ਨਾਲੇ ਤਾਂ ਮੇਰੀ ਗਰੀਬੀ ਕੱਟੀ ਜਾਵੇਗੀ, ਅਤੇ ਨਾਲੇ ਭਾਵ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਗ੍ਰਿਫਤਾਰ ਹੋ ਜਾਣਗੇ, ਅਤੇ ਮੈਨੂੰ ਇਨਾਮ ਵੀ ਪ੍ਰਾਪਤ ਸਰਕਾਰ ਦੇ ਵੱਲੋਂ ਹੋ ਜਾਵੇਗਾ।
ਤੇ ਸਤਿਗੁਰੂ ਹਸਨ ਅਲੀ ਦੀ ਅਰਜ਼ੋਈ ਨੂੰ ਸਵੀਕਾਰ ਕਰਦਿਆਂ ਇਹੋ ਜਿਹੀ ਵਿਉਂਤ ਬਣਾਈ ਕਿ ਉਹਨਾਂ ਆਜੜੀ ਜਿਹੜਾ ਸੀਗਾ ਉੱਥੇ ਲਾਗੇ ਇੱਕ ਬਾਗ ਦੇ ਵਿੱਚ ਸਾਹਿਬ ਜੀ ਬੈਠੇ ਹਨ, ਅਤੇ ਆਜੜੀ ਜਿਹੜਾ ਸੀ ਉੱਥੇ ਲਾਗੇ ਹੀ ਨਾ ਆਪਣੀਆਂ ਭੇਡਾਂ ਬੱਕਰੀਆਂ ਚਰਾ ਰਿਹਾ ਸੀ, ਅਤੇ ਨਾਲ ਉਹਦਾ ਪੋਤਰਾ ਸੀਗਾ। ਅਤੇ ਉਹਨੂੰ ਬੁਲਾਇਆ ਬੱਚੇ ਨੂੰ, ਕਹਿਣ ਲੱਗੇ ਕਿ ਬੇਟੇ ਆਨੇ ਮੇਰੀ ਅੰਗੂਠੀ ਲੈ ਜਾ, ਅਤੇ ਨਾਲੇ ਮੇਰਾ ਇਹ ਦੁਸ਼ਾਲਾ ਲੈ ਜਾ ਕੇ ਨਾ ਇਹ ਵੇਚ ਆਓ ਬਾਜ਼ਾਰ ਦੇ ਵਿੱਚ, ਅਤੇ ਜਿਹੜਾ ਪੈਸਾ ਧੇਲਾ ਹੋਵੇਗਾ ਉਹ ਵੀ ਲੈ ਆਇਓ, ਅਤੇ ਨਾਲੇ ਦੁਸ਼ਾਲੇ ਦੇ ਵਿੱਚ ਨਾ 2-3 ਰੁਪਏ ਦੀ ਮਠਿਆਈ ਪਵਾ ਲਿਆਇਓ। ਅਤੇ ਜਦੋਂ ਉਹ ਮੁੰਦਰੀ ਲੈ ਕੇ ਸ਼ਹਿਰ ਜਾਂਦੇ ਹਨ, ਅਤੇ ਉੱਥੇ ਜਾ ਕੇ ਜਦੋਂ ਸੌਦਾ ਕਰਦੇ ਹਨ ਤਾਂ ਪੁਲਿਸ ਵੇਖ ਲੈਂਦੀ ਹੈ ਉਹਨਾਂ ਨੂੰ, ਕਹਿੰਦੀ ਕਿ ਹੈ ਤਾਂ ਗਰੀਬ ਜੇ ਹਨ, ਲੀੜੇ ਕੱਪੜੇ ਪਾਟੇ ਪੁਰਾਣੇ, ਪਰ ਸੋਨੇ ਦੀ ਮੁੰਦਰੀ ਅਤੇ ਇੰਨਾ ਮਹਿੰਗਾ ਦੁਸ਼ਾਲਾ ਇਹ ਕਿੱਦਾਂ, ਇਹ ਕਿੱਥੋਂ ਹੈ। ਜਦੋਂ ਪੁੱਛਦੇ ਹਨ ਅਤੇ ਉਹ ਕਹਿਣ ਲੱਗਾ ਕਿ ਜੀ ਮੈਨੂੰ ਮੇਰੇ ਜਿਹੜੇ ਦਾਦਾ ਜੀ ਹਨ ਉਹਨਾਂ ਨੇ ਫੜਾਇਆ ਹੈ ਇਹ ਮੁੰਦਰੀ ਅਤੇ ਦੁਸ਼ਾਲਾ। ਕਹਿਣ ਲੱਗੇ ਕਿੱਥੇ ਹੈ ਤੇਰਾ ਦਾਦਾ? ਕਹਿਣ ਲੱਗੇ ਜੀ ਉੱਥੇ ਬੱਕਰੀਆਂ ਚਰਾ ਰਹੇ ਹਨ। ਕਹਿਣ ਲੱਗੇ ਚੱਲ ਸਾਨੂੰ ਮਿਲਵਾ। ਅਤੇ ਜਦੋਂ ਮਿਲਵਾਉਂਦਾ ਹੈ ਉਹ ਸਾਰੀ ਗੱਲ ਦੱਸਦਾ ਹੈ ਕਿ ਜੀ ਇੱਥੇ ਲਾਗੇ ਗੁਰੂ ਤੇਗ ਬਹਾਦਰ ਸਾਹਿਬ ਬੈਠੇ ਹੋਏ ਨੇ, ਅਤੇ ਉਹਨਾਂ ਨੇ ਇਹ ਦੁਸ਼ਾਲਾ ਅਤੇ ਇਹ ਮੁੰਦਰੀ ਦਿੱਤੀ, ਇਹ ਸਾਡੇ ਕੋਲ ਤਾਂ ਨਹੀਂ ਸੀ। ਉਹਨਾਂ ਨੇ ਕਿਹਾ ਕਿ ਇਹ ਜਾ ਕੇ ਬਾਜ਼ਾਰੋਂ ਵੇਚ ਆਓ, ਅਤੇ ਜਾ ਕੇ ਕੁਛ ਖਾਣ ਪੀਣ ਵਾਸਤੇ ਲੈ ਆਓ, ਅਤੇ ਤੁਸੀਂ ਜਾ ਕੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਅਤੇ ਗ੍ਰਿਫਤਾਰ ਕਰ ਲਵੋ, ਪਰ ਅਸੀਂ ਉਹਨਾਂ ਦੇ ਨਾਲ ਨਹੀਂ ਸਾਂ, ਅਸੀਂ ਤਾਂ ਇੱਥੇ ਭੇਡਾਂ ਚਰਾ ਰਹੇ ਸਾਂ, ਅਤੇ ਇਸ ਕਰਕੇ ਉਹਨਾਂ ਨੇ ਸਾਨੂੰ ਇਹ ਦੇ ਦਿੱਤਾ ਕੋਲ ਲੰਘਦਿਆਂ ਨੂੰ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਕ ਇਹੋ ਜਿਹਾ ਕੌਤਕ ਰਚਿਆ ਕਿ ਜਿਹਦੇ ਨਾਲ ਉਸ ਗਰੀਬ ਹਸਨ ਅਲੀ ਦੀ ਗਰੀਬੀ ਵੀ ਕੱਟੀ ਗਈ, ਇਨਾਮ ਦੀ ਸਰਕਾਰ ਵੱਲੋਂ ਪ੍ਰਾਪਤ ਹੋਇਆ, ਅਤੇ ਨਾਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਗ੍ਰਿਫਤਾਰ ਵੀ ਹੋ ਗਏ। ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਗ੍ਰਿਫਤਾਰ ਹੋਏ ਨਾ, ਅਤੇ ਨਾਲ ਉਹਨਾਂ ਦੇ 3 ਸਿੱਖ ਸਨ। ਪਹਿਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪਿਆਰ ਦੇ ਨਾਲ ਮਨਾਇਆ ਗਿਆ, ਪਿਆਰ ਦੇ ਨਾਲ ਸਾਰੀ ਗੱਲਬਾਤ ਕੀਤੀ ਗਈ, ਸਾਰਾ ਕੁਛ ਕਿਹਾ ਗਿਆ ਕਿ ਤੁਸੀਂ ਸਾਡੀ ਗੱਲ ਨੂੰ ਸਵੀਕਾਰ ਕਰ ਲਵੋ, ਸਾਡੀ ਗੱਲ ਨੂੰ ਮੰਨ ਲਵੋ, ਸਾਨੂੰ ਤੁਸੀਂ ਗੁਰੂ ਪੀਰ ਹੋ, ਅਸੀਂ ਨਹੀਂ ਚਾਹੁੰਦੇ ਕਿ ਤੁਹਾਡੇ ਉੱਤੇ ਅਸੀਂ ਕੋਈ ਕਿਸੇ ਤਰ੍ਹਾਂ ਦਾ ਕੋਈ ਕਹਿਰ ਕਰੀਏ, ਕੋਈ ਤੁਹਾਨੂੰ ਕਸ਼ਟ ਦਿੱਤਾ ਜਾਵੇ, ਤੁਹਾਡੀ ਆਤਮਾ ਉੱਚੀ ਹੈ, ਸਾਨੂੰ ਨਾ ਤੁਸੀਂ ਕਿਰਪਾ ਕਰਕੇ ਕੋਈ ਕਰਾਮਾਤ ਕਰਕੇ ਵਿਖਾ ਦਿਓ, ਤਾਂ ਕਿ ਜੋ ਅਸੀਂ ਤੁਹਾਨੂੰ ਛੱਡ ਦੇਵਾਂਗੇ। ਸਾਹਿਬ ਕਹਿੰਦੇ ਕਿ ਕਰਾਮਾਤ ਇੱਕ ਕਹਿਰ ਹੈ, ਹਉਮੈ ਦਾ ਪ੍ਰਗਟਾਵਾ ਹੈ, ਮੈਂ ਇਹ ਕੁਛ ਨਹੀਂ ਕਰੂੰਗਾ, ਸਾਡੇ ਵਾਸਤੇ ਪ੍ਰਭੂ ਭਗਤੀ ਹੀ ਸਭ ਕੁਛ ਹੈ, ਅਸੀਂ ਕਰਾਮਾਤ ਨਹੀਂ ਕਰਾਂਗੇ। ਅਤੇ ਜਿਹੜਾ ਕਾਜੀ ਅਬਦੁਲ ਵਹਾਬ ਸੀ ਨਾ, ਉਹ ਸੂਬੇਦਾਰ ਨੂੰ ਭੜਕਾਉਣ ਦੇ ਲਈ ਕਹਿੰਦਾ ਕਿ ਸਤਿਗੁਰੂ ਨੇ ਨਾ ਬੜੇ ਗੁਸਤਾਖੀ ਭਰੇ ਬੋਲ ਬੋਲੇ ਹਨ, ਬਰਦਾਸ਼ਤ ਤੋਂ ਵੀ ਬਾਹਰ ਹਨ, ਇਹ ਤਾਂ ਪ੍ਰਸਿੱਧ ਗੈਰ ਮੁਸਲਿਮ ਪੀਰ ਹਨ ਅਤੇ ਇਸਲਾਮ ਦੇ ਪ੍ਰਚਾਰ ਵਿੱਚ ਇੱਕ ਬੜੀ ਵੱਡੀ ਰੁਕਾਵਟ ਬਣ ਸਕਦੇ ਹਨ। ਭੜਕਾਇਆ ਨਾ ਜਾ ਕੇ, ਜਦੋਂ ਕਹਿਣ ਲੱਗੇ ਕਿ ਕਸ਼ਮੀਰੀ ਪੰਡਤਾਂ ਦੀ ਵਕਾਲਤ ਕਰਨ ਦੇ ਨੇ, ਉਹਨਾਂ ਧਰਮ ਦੇ ਰਖਵਾਲੇ ਬਣ ਕੇ ਆਏ ਆ, ਇਹਨਾਂ ਨਾਲ ਨਰਮੀ ਨਾਲ ਪੇਸ਼ ਨਹੀਂ ਆਉਣਾ ਚਾਹੀਦਾ। ਕਾਜੀ ਦੀ ਇਹ ਗੱਲ ਸੁਣ ਕੇ ਨਾ ਸੂਬੇਦਾਰ ਸਾਫੀ ਖਾਨ ਜਿਹੜਾ ਸ਼ਾਂਤ ਰਿਹਾ, ਅਤੇ ਉਹਨੇ ਕਿਹਾ ਕਿ ਚਲੋ ਕੋਈ ਨਹੀਂ, ਸ਼ਾਹੀ ਤਜਵੀਜ਼ ਆਪਾਂ ਦੇ ਕੇ ਵੇਖ ਲੈਂਦੇ ਹਾਂ, ਜੇ ਮੰਨ ਗਏ ਠੀਕ ਆ। ਅਗਲੇ ਦਿਨ 5 ਨਵੰਬਰ ਨੂੰ ਗੁਰੂ ਜੀ ਨੂੰ ਕਿਹਾ ਕਿ ਜਾਂ ਤਾਂ ਕਰਾਮਾਤ ਵਿਖਾਉਣੀ ਪੈਣੀ ਹੈ, ਜੇ ਨਹੀਂ ਤਾਂ ਇਸਲਾਮ ਜਿਹੜਾ ਹੈ ਉਹਨੂੰ ਪ੍ਰਵਾਨ ਕਰ ਲਵੋ। ਸਤਿਗੁਰਾਂ ਨੇ ਉਹਨਾਂ ਦੀਆਂ ਦੋਨੋਂ ਹੀ ਤਜਵੀਜ਼ਾਂ ਨੂੰ ਠੁਕਰਾ ਦਿੱਤਾ। ਕਹਿਣ ਲੱਗੇ ਨਹੀਂ, ਮੈਂ ਬਿਲਕੁਲ ਵੀ ਇਹ ਗੱਲ ਤੁਹਾਡੀ ਸਵੀਕਾਰ ਨਹੀਂ ਕਰਾਂਗਾ, ਇਸਲਾਮ ਜਿਹੜਾ ਹੈ ਮੈਂ ਕਬੂਲ ਨਹੀਂ ਕਰਾਂਗਾ, ਅਤੇ ਕਰਾਮਾਤ ਜਿਹੜੀ ਹੈ ਉਹ ਮੈਂ ਵਿਖਾਵਾਂਗਾ ਨਹੀਂ, ਕਿਉਂਕਿ ਕਰਾਮਾਤ ਕਹਿਰ ਹੈ ਅਤੇ ਕਹਿਰ ਨਹੀਂ ਮੈਂ ਕਰਾਂਗਾ। ਅਤੇ ਉਹ ਕਹਿਣ ਲੱਗਾ ਕਿ ਠੀਕ ਹੈ, ਜੇ ਤੁਸੀਂ ਸਾਡੀ ਗੱਲ ਨਹੀਂ ਮੰਨਦੇ ਤਾਂ ਤੁਹਾਨੂੰ ਮੌਤ ਦੀ ਘਾਟ ਉਤਾਰ ਦਿੱਤਾ ਜਾਵੇਗਾ। ਕਿਉਂਕਿ ਕਾਜੀ ਨੇ ਜਿਹੜਾ ਕਿ ਆਪਣਾ ਸਾਰਾ ਸਿਸਟਮ ਸੀ ਨਾ, ਉਹ ਇਸੇ ਪ੍ਰਕਾਰ ਦਾ ਤਿਆਰ ਕੀਤਾ ਹੋਇਆ ਸੀ ਕਿ ਸਤਿਗੁਰਾਂ ਨੂੰ ਮੈਂ ਕਤਲ ਕਰਨਾ ਹੀ ਕਰਨਾ ਹੈ। ਗੁੱਸੇ ਦੇ ਵਿੱਚ ਬੋਲਿਆ ਕਿ ਕਹਿਣ ਲੱਗਿਆ ਕਿ ਤੁਹਾਨੂੰ ਨਹੀਂ ਪਤਾ, ਤੁਸੀਂ ਸਾਡਾ ਅਪਮਾਨ ਕਰਨ ਦਏ ਹੋ। ਗੁਰੂ ਜੀ ਨੂੰ ਫਿਰ ਕੋਤਵਾਲੀ ਭੇਜ ਦਿੱਤਾ। ਇਸ ਲਈ ਹਰ ਤਰ੍ਹਾਂ ਦੇ ਫੈਸਲੇ ਕਰਨ ਦੇ ਲਈ ਨਾ ਕਾਜੀ ਨੂੰ ਸੁਤੰਤਰ ਕਰ ਦਿੱਤਾ ਕਿ ਜੋ ਮਰਜ਼ੀ ਕਰ। ਇਤਿਹਾਸਕਾਰ ਲਿਖਦੇ ਹਨ ਕਿ ਉਹ ਅਗਲੇ ਦਿਨ 6 ਨਵੰਬਰ ਨੂੰ ਕੋਤਵਾਲੀ ਆਣ ਧਮਕਿਆ ਅਤੇ ਦਰੋਗੇ ਨੂੰ ਹੁਕਮ ਕੀਤਾ ਕਿ ਹਰ ਤਰ੍ਹਾਂ ਦਾ ਖੌਫਨਾਕ ਜਿਹੜਾ ਹੈ ਇਹਨਾਂ ਨੂੰ ਤਸੀਹਾ ਦਿੱਤਾ ਜਾਵੇ ਜਿੰਨਾ ਚਿਰ ਇਹ ਇਸਲਾਮ ਨੂੰ ਗ੍ਰਹਿਣ ਨਹੀਂ ਕਰਦੇ। ਅਤੇ ਦਰੋਗੇ ਨੇ ਵੀ ਬੜੀ ਸਖਤੀ ਦੇ ਨਾਲ ਹੁਕਮਾਂ ਦੀ ਪਾਲਣਾ ਕੀਤੀ। ਗੁਰੂ ਕੀਆਂ ਸਾਖੀਆਂ ਮੁਤਾਬਕ ਆਪਾਂ ਇਹ ਗੱਲ ਪੜ੍ਹਦੇ ਹਾਂ ਕਿ 3 ਦਿਨ ਲਗਾਤਾਰ ਸਤਿਗੁਰਾਂ ਦੇ ਉੱਤੇ ਕਹਿਰ ਢਾਇਆ ਗਿਆ। ਉਹਨਾਂ ਦੇ ਸਰੀਰ ਦੇ ਉੱਤੇ ਗਰਮ ਰੇਤਾ ਪਾਈ ਗਈ,
ਸਤਿਗੁਰਾਂ ਨੂੰ ਆਰਾਮ ਕਰਨ ਦੇ ਲਈ ਇੱਕ ਇਹੋ ਜਿਹੇ ਪਿੰਜਰੇ ਦੇ ਵਿੱਚ ਪਾਇਆ ਗਿਆ ਕਿ ਜਿਹਦੇ ਵਿੱਚ ਨਾ ਤੇ ਮਾਲਕ ਸੱਚੇ ਪਾਤਸ਼ਾਹ ਸਿੱਧੇ ਖੜੇ ਹੋ ਸਕਦੇ ਸਨ, ਨਾ ਹੀ ਬੈਠ ਸਕਦੇ ਸਨ, ਨਾ ਹੀ ਲੰਮੇ ਪੈ ਸਕਦੇ ਸਨ। ਸਤਿਗੁਰਾਂ ਨੂੰ 3 ਦਿਨ ਇੰਨਾ ਕਹਿ ਢਾਇਆ ਕਿ ਬੇਆਰਾਮਾ ਕਰ ਦਿੱਤਾ ਗਿਆ ਸਰੀਰ ਨੂੰ। ਅਤੇ ਫਿਰ ਤੀਸਰੇ ਦਿਨ ਜਾ ਕੇ ਫਿਰ ਕਹਿਣਾ ਕੀਤਾ ਕਿ ਮੰਨ ਜਾਓ ਅਜੇ ਵੀ ਗੱਲ, ਛੱਡ ਦਿਓ ਆਪਣੀ ਜਿੱਦ, ਛੱਡ ਦਿਓ ਆਪਣੀ ਜਿੱਦ। ਇਹੋ ਹੀ ਕਹਿਣਾ ਕਿ ਮੈਨੂੰ ਇਸਲਾਮ ਪ੍ਰਵਾਨ ਹੈ ਅਤੇ ਮੈਂ ਮੁਸਲਮਾਨ ਬਣ ਜਾਂਦਾ ਹਾਂ। ਅਤੇ ਸਤਿਗੁਰੂ ਕਹਿਣ ਲੱਗੇ ਕਿ ਜਿਨ੍ਹਾਂ ਨੂੰ ਮੈਂ ਵਾਅਦਾ ਕੀਤਾ ਹੋਇਆ ਵਾ ਉਹਨਾਂ ਦਾ ਕੀ ਬਣੂਗਾ? ਜਿਨ੍ਹਾਂ ਨੂੰ ਮੈਂ ਕਹਿ ਕੇ ਆਇਆ ਕਿ ਆਪੋ ਆਪਣੇ ਘਰਾਂ ਨੂੰ ਵਾਪਸ ਚਲੇ ਜਾਓ। ਜਿਹੜੇ ਹਿੰਦੂ ਮੇਰੇ ਕੋਲ ਆਏ ਸਨ, ਹਿੰਦੂ ਆਗੂ ਮੇਰੇ ਕੋਲ ਪਹੁੰਚੇ ਸਨ, ਜਿਨ੍ਹਾਂ ਨੂੰ ਮੈਂ ਕਿਹਾ ਸੀ ਕਿ ਆਪੋ ਆਪਣੇ ਘਰਾਂ ਨੂੰ ਚਲੇ ਜਾਓ, ਤੁਹਾਡੇ ਧਰਮ ਨੂੰ ਕੋਈ ਖਤਰਾ ਨਹੀਂ ਹੈ ਮੇਰੇ ਹੁੰਦਿਆਂ, ਉਹਨਾਂ ਨੂੰ ਮੈਂ ਕੀ ਜਵਾਬ ਦੇਵਾਂਗਾ? ਗੁਰੂ ਨਾਨਕ ਦੇ ਘਰ ਦੇ ਵਿੱਚ ਮੈਂ ਦੋਸ਼ੀ ਪਾਇਆ ਜਾਵਾਂਗਾ, ਉੱਥੇ ਮੈਂ ਕੀ ਕਹਾਂਗਾ? ਜਦੋਂ ਇਹ ਬਚਨ ਸੁਣੇ ਨਾ ਸਤਿਗੁਰਾਂ ਦੇ ਮੂੰਹੋਂ ਕਾਜੀ ਨੇ, ਅਤੇ ਕਹਿਣ ਲੱਗਾ ਇੱਦਾਂ ਨਹੀਂ ਇਹਨਾਂ ਨੇ ਮੰਨਣਾ, ਕੁਛ ਨਾ ਕੁਛ ਤਾਂ ਕਰਨਾ ਹੀ ਪਵੇਗਾ। ਜਦੋਂ ਦੁਸ਼ਮਣ ਆਪਣੀਆਂ ਚਾਲਾਂ ਚੱਲਦਾ ਹੈ ਤਾਂ ਉਹ ਬੜੀਆਂ ਗਿਰੀਆਂ ਹੋਈਆਂ ਹਰਕਤਾਂ ਵੀ ਕਰਦਾ ਹੈ, ਉਹ ਬੜੀਆਂ ਡਿੱਗੀਆਂ ਹੋਈਆਂ ਨੀਵੀਆਂ ਹਰਕਤਾਂ ਕਰਦਾ ਹੈ ਕਿ ਜਿਹਦੇ ਨਾਲ ਉਹ ਸਮਝਦਾ ਹੈ ਕਿ ਮੈਂ ਜੋ ਕਹਿਰ ਕਰਾਂਗਾ ਸ਼ਾਇਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਗੱਲ ਨੂੰ ਸਮਝ ਲੈਣਗੇ ਜਾਂ ਉਹਦੇ ਉੱਤੋਂ ਸਾਹਮਣੇ ਵਾਲਾ ਡਰ ਜਾਵੇਗਾ। ਉਹਨੇ ਕਿਹਾ ਕਿ ਇਹਦੇ ਨਾਲ ਜਿਹੜੇ 3 ਨਾਲ ਆਏ ਹੋਏ ਸਿੱਖ ਨੇ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਜੀ, ਇਹਨਾਂ ਨੂੰ ਸ਼ਹੀਦ ਕੀਤਾ ਜਾਵੇ। ਇਹਨਾਂ ਨੂੰ ਸ਼ਹੀਦ ਕਰ ਦਿਓ, ਅਤੇ ਜੇ ਇਹਨਾਂ ਨੂੰ ਤੁਸੀਂ ਸ਼ਹੀਦ ਕਰ ਦਿਓਗੇ ਅਤੇ ਖੈਰ ਮੈਂ ਸਮਝਾਂਗਾ ਕਿ ਇਹ ਡਰ ਜਾਣਗੇ, ਘਬਰਾ ਜਾਣਗੇ ਅਤੇ ਸਾਡੀ ਗੱਲ ਨੂੰ ਕਬੂਲ ਕਰ ਲੈਣਗੇ। ਭਿਆਨਕ ਤੋਂ ਭਿਆਨਕ ਤਸੀਹੇ ਗੁਰੂ ਸਾਹਿਬ ਜੀ ਨੂੰ ਦਿਓ। ਜੇ ਇਹ ਨਹੀਂ ਮੰਨਦੇ ਤਾਂ ਫਿਰ ਇਹਨਾਂ ਦੇ ਸਾਹਮਣੇ ਇਹਨਾਂ ਨੂੰ ਸ਼ਹੀਦ ਕਰੋਗੇ ਅਤੇ ਵੇਖਿਓ ਤੁਸੀਂ ਆਪਣੇ ਆਪ ਇਹਨੇ ਸਾਡੀ ਗੱਲ ਮੰਨ ਲੈਣੀ। 11 ਨਵੰਬਰ 1675 ਵਾਲੇ ਦਿਨ ਗੁਰੂ ਜੀ ਨੂੰ ਕੋਤਵਾਲੀ ਤੋਂ ਬਾਹਰ ਲਿਆ ਕੇ ਨਾ ਇੱਕ ਰੁੱਖ ਦੇ ਹੇਠਾਂ ਬਿਠਾ ਦਿੱਤਾ ਗਿਆ, ਇਹ ਦਿਖਾਉਣ ਵਾਸਤੇ ਕਿ ਤੁਸੀਂ ਦੇਖ ਲਿਓ ਸਾਹਮਣੇ। ਅਤੇ ਗੁਰੂ ਦੇ ਸਿੱਖਾਂ ਨੇ ਵੀ ਇਹ ਸੋਚਿਆ ਸੀਗਾ ਕਿ ਸਾਡਾ ਮੁਖੜਾ ਜਿਹੜਾ ਆ ਨਾ, ਚਿਹਰਾ ਜਿਹੜਾ ਸਾਡਾ, ਉਹ ਸਾਡੇ ਗੁਰੂ ਦੇ ਵੱਲ ਹੋਵੇ। ਸਾਡੇ ਅਖੀਰਲੇ ਸਮੇਂ ਦੇ ਜਿਹੜੇ ਦਰਸ਼ਨ ਹਨ ਉਹ ਅਸੀਂ ਚਾਹੁੰਦੇ ਹਾਂ ਕਿ ਸਤਿਗੁਰੂ ਸਾਡੇ ਸਾਹਮਣੇ ਹੋਣ ਅਤੇ ਸਾਡੀ ਜਿੰਦ ਪ੍ਰਾਣ ਨਿਕਲ ਜਾਵੇ। ਅਤੇ ਫੁਹਾਰੇ ਵਾਲੇ ਅਸਥਾਨ ਦੇ ਕੋਲ ਭਾਈ ਮਤੀ ਦਾਸ ਜੀ ਨੂੰ ਲਿਆਂਦਾ ਗਿਆ। ਉਹਨਾਂ ਨੂੰ ਹੱਥ ਘੜੀਆਂ, ਬੇੜੀਆਂ ਅਤੇ ਸੰਗਲਾਂ ਦੇ ਨਾਲ ਬੰਨ੍ਹਿਆ ਹੋਇਆ ਸੀ। ਕਾਜੀ ਨੂੰ ਕਿਹਾ ਗਿਆ ਕਿ ਕਾਜੀ ਨੇ ਜਦੋਂ ਕਿਹਾ ਨਾ ਉਹਨਾਂ ਨੂੰ ਕਿ ਮੁਸਲਮਾਨ ਬਣ ਜਾਓ, ਨਹੀਂ ਤਾਂ ਜਲਾਦ ਦਾ ਆਰਾ ਤਿਆਰ ਜੇ, ਤੁਹਾਡੇ ਸਰੀਰ ਦੇ ਨਾ ਟੋਟੇ ਟੋਟੇ ਕਰ ਦੇਣੇ। ਭਾਈ ਸਾਹਿਬ ਕਹਿਣ ਲੱਗੇ ਧਰਮ ਤਿਆਗਣ ਦੀ ਥਾਂ 'ਤੇ ਨਾ ਮੈਂ ਸੂਰਮਿਆਂ ਦੇ ਵਾਂਗੂ ਸ਼ਹੀਦ ਹੋਣਾ ਪ੍ਰਵਾਨ ਕਰ ਲੂੰਗਾ, ਧਰਮ ਨਹੀਂ ਤਿਆਗੂੰਗਾ। ਅਤੇ ਜਲਾਦਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਭਾਈ ਸਾਹਿਬ ਜੀ ਦੇ ਸਰੀਰ ਨੂੰ ਦੋਨਾਂ ਫੱਟਿਆਂ ਦੇ ਵਿੱਚ ਮੋਟੇ ਮੋਟੇ ਫੱਟੇ ਲਏ ਅਤੇ ਉਹਨਾਂ ਦੇ ਵਿੱਚ ਲਪੇਟਿਆ, ਅਤੇ ਮੂੰਹ ਜਿਹੜਾ ਸੀਗਾ ਸਤਿਗੁਰਾਂ ਦੇ ਵੱਲ ਕਰ ਦਿੱਤਾ ਤਾਂ ਕਿ ਪਤਾ ਲੱਗ ਸਕੇ ਮਾਲਕ ਜੀ ਨੂੰ ਕਿ ਤੁਹਾਡੇ ਸਿੱਖ ਨੂੰ ਕਿੱਦਾਂ ਅਸੀਂ ਸ਼ਹੀਦ ਕਰਨ ਲੱਗੇ ਹਾਂ, ਖ਼ਤਮ ਕਰਨ ਲੱਗੇ ਹਾਂ। ਅਤੇ ਭਾਈ ਮਤੀ ਦਾਸ ਸਤਿਗੁਰਾਂ ਨੂੰ ਦੇਖ ਰਹੇ ਹਨ, ਦਰਸ਼ਨ ਕਰਨ ਦੇ ਹਨ, ਮਨ ਦੇ ਅੰਦਰ ਅਰਦਾਸਾਂ ਵੀ ਕਰਦੇ ਹਨ ਕਿ ਮਿਹਰ ਰੱਖਣੀ, ਅਰਦਾਸ ਕਰਦੇ ਹਨ ਕਿ ਡੋਲ ਨਾ ਜਾਵਾਂ। ਭਾਈ ਸਾਹਿਬ ਦੇ ਸਿਰ ਉੱਤੇ ਆਰਾ ਰੱਖਿਆ ਗਿਆ, ਚਲਾਉਣਾ ਸ਼ੁਰੂ ਕੀਤਾ। ਵੇਖਦਿਆਂ ਹੀ ਵੇਖਦਿਆਂ ਭਾਈ ਸਾਹਿਬ ਦੇ ਸਰੀਰ ਦੇ 2 ਫਾੜ ਹੋ ਗਏ ਅਤੇ ਖੂਨ ਦਾ ਫੁਹਾਰਾ ਚੱਲਣਾ ਸ਼ੁਰੂ ਹੋ ਗਿਆ। ਕਾਜ਼ੀਆਂ ਦੇ ਕੱਪੜੇ ਵੀ ਜਿਹੜੇ ਸਨ ਲਾਲ ਰੰਗ ਦੇ ਹੋ ਗਏ ਉੱਥੇ, ਅਤੇ ਭਾਈ ਸਾਹਿਬ ਦੀ ਆਤਮਾ ਪ੍ਰਭੂ ਦੇ ਵਿੱਚ ਜਾ ਸਮਾਈ। ਇੱਦਾਂ ਹੀ ਗੁਰੂ ਕੇ ਸਿੱਖ ਭਾਈ ਸਤੀ ਦਾਸ ਜੀ ਜਿਹੜੇ ਸਨ, ਉਹਨਾਂ ਨੂੰ ਵੀ ਸਾਹਮਣੇ ਹੀ ਫੁਹਾਰੇ ਦੇ ਕੋਲ, ਜਿੱਥੇ ਕਿ ਹਲਵਾਈ ਦੀ ਦੁਕਾਨ ਸੀ, ਉਹਦੇ ਲਾਗੇ ਇੱਕ ਉਹਨਾਂ ਨੇ ਖੂਹ ਵੀ ਸੀਗਾ, ਉੱਥੋਂ ਪਾਣੀ ਲਿਆਂਦਾ ਅਤੇ ਉੱਥੇ ਇੱਕ ਦੇਗ ਰੱਖੀ ਸੀਗੀ, ਦੇਗ ਦੇ ਵਿੱਚ ਪਾਣੀ ਉਬਾਲਿਆ ਗਿਆ। ਭਾਈ ਸਾਹਿਬ ਨੂੰ ਕਹਿਣਾ ਕੀਤਾ ਕਿ ਤੁਹਾਡੇ ਸਾਥੀ ਨੂੰ ਤਾਂ ਖ਼ਤਮ ਕਰ ਦਿੱਤਾ ਆ, ਹੁਣ ਵਾਰੀ ਹੈ ਤੁਹਾਡੀ, ਇਸਲਾਮ ਨੂੰ ਕਬੂਲ ਕਰ ਲਵੋ, ਨਹੀਂ ਤਾਂ ਦੇਗ ਦੇ ਵਿੱਚ ਪਾਣੀ ਉਬਲਦਾ ਪਿਆ ਵਾ, ਉਹਦੇ ਵਿੱਚ ਤੁਹਾਨੂੰ ਸੁੱਟ ਕੇ ਨਾ ਆਲੂ ਵਾਂਗੂ ਉਬਾਲ ਦਿੱਤਾ ਜਾਊਗਾ। ਭਾਈ ਸਾਹਿਬ ਕਹਿਣ ਲੱਗੇ ਅਣਖ ਅਤੇ ਗੈਰਤ ਜਿਹੜੀ ਹੈ ਨਾ, ਇਹਨੂੰ ਨਾ ਵੰਗਾਰਿਆ ਕਰੋ। ਅਣਖ ਦੇ ਨਾਲ ਮੈਂ ਜਿਉਣਾ ਹੈ ਅਤੇ ਅਣਖ ਦੇ ਨਾਲ ਹੀ ਮਰਨਾ ਹੈ। ਜਦੋਂ ਇਹ ਗੱਲਾਂ ਸੁਣੀਆਂ ਨਾ, ਬੜੀਆਂ ਚੁਭੀਆਂ ਸੂਲਾਂ ਦੇ ਵਾਂਗੂ ਕਾਜੀ ਨੂੰ, ਜਦੋਂ ਚੁਭੀਆਂ ਨਾ ਉਹਨੂੰ ਇਹ ਗੱਲਾਂ ਸੂਲਾਂ ਦੇ ਵਾਂਗੂ, ਆਪਣੇ ਗੁੱਸੇ ਤੋਂ ਬਾਹਰ ਹੋ ਕੇ ਜਲਾਦਾਂ ਨੂੰ ਹੁਕਮ ਕਰ ਦਿੱਤਾ ਕਿ ਸੁੱਟੋ ਇਹਨੂੰ ਵੀ ਦੇਗ ਦੇ ਵਿੱਚ, ਉਬਾਲ ਦਿਓ। ਭਾਈ ਮਤੀ ਦਾਸ ਜੀ ਨੂੰ ਦੇਗ ਦੇ ਵਿੱਚ ਉਬਾਲ ਕੇ ਉਹਨਾਂ ਨੂੰ ਮੌਤ ਦੀ ਘਾਟ ਉਤਾਰ ਦਿੱਤਾ ਗਿਆ ਅਤੇ ਭਾਈ ਸਾਹਿਬ ਜੀ ਵੀ ਵੇਖਦਿਆਂ ਵੇਖਦਿਆਂ ਸ਼ਹੀਦ ਹੋ ਗਏ।
ਜਦੋਂ 2 ਗੁਰਸਿੱਖਾਂ ਨੂੰ ਸ਼ਹੀਦ ਕੀਤਾ ਗਿਆ ਨਾ, ਫਿਰ ਸਤਿਗੁਰਾਂ ਦੇ ਕੋਲ ਗਏ, ਕਹਿਣ ਲੱਗੇ ਤੁਹਾਡੇ 2 ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਆ, ਹੁਣ ਇੱਕ ਰਹਿ ਗਿਆ, ਇਹਦਾ ਵੀ ਕੰਮ ਨਿਬੇੜ ਦੇਣਾ ਆ ਅਸੀਂ, ਆਪਣੀ ਜਾਨ ਵੀ ਬਚਾ ਲਓ ਅਤੇ ਉਹਦੀ ਵੀ ਬਚਾ ਲਓ। ਕਹਿਣ ਲੱਗੇ ਸਤਿਗੁਰੂ ਕਿ ਮੇਰੀ ਇਹ ਗੱਲ ਸੁਣ ਲਵੋ, ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਰਹਿ ਕੇ ਮੈਂ ਚੱਲਣਾ ਹੈ ਅਤੇ ਮਾਲਕ ਮਿਹਰ ਕਰੇ ਉਹਦੇ ਹੁਕਮ ਦੇ ਮੁਤਾਬਕ ਹੀ ਸ਼ਹੀਦੀ ਨੂੰ ਪ੍ਰਾਪਤ ਕਰਾਂਗਾ। ਦੁਬਾਰਾ ਬੇਇੱਜ਼ਤੀ ਮਹਿਸੂਸ ਕਰਦਿਆਂ ਹੋਇਆਂ ਭਾਈ ਸਤੀ ਦਾਸ ਜੀ ਨੂੰ ਰੂੰ ਦੇ ਵਿੱਚ ਲਪੇਟਿਆ, ਫਤਵਾ ਜਾਰੀ ਕੀਤਾ ਕਿ ਇਹਨਾਂ ਨੂੰ ਵੀ ਜਲਦ ਤੋਂ ਜਲਦ ਸਮਾਪਤ ਕੀਤਾ ਜਾਵੇ। 2 ਜਲਾਦਾਂ ਨੇ ਭਾਈ ਸਾਹਿਬ ਦੇ ਸਰੀਰ ਨੂੰ ਰੂੰ ਦੇ ਵਿੱਚ ਲਪੇਟਿਆ ਅਤੇ ਗੁਰੂ ਸਾਹਿਬ ਜੀ ਦੇ ਸਾਹਮਣੇ ਅੱਗ ਲਾ ਦਿੱਤੀ ਗਈ। ਵੇਖਦਿਆਂ ਹੀ ਵੇਖਦਿਆਂ ਨਾ ਜਿਹੜਾ ਕਿ ਗੁਰੂ ਦਾ ਸਿੱਖ ਸ਼ਹੀਦੀ ਪਾ ਗਿਆ, ਰੂੰ ਦੇ ਵਿੱਚ ਲਪੇਟਿਆ ਹੋਇਆ ਜਿਹੜਾ ਉਹਨਾਂ ਦਾ ਸਰੀਰ ਸੀ, ਜਦੋਂ ਸੜ ਗਿਆ ਅਤੇ ਹੱਡੀਆਂ ਦਾ ਢਾਂਚਾ ਬਣ ਕੇ ਇੱਕਦਮ ਥੱਲੇ ਖਿਲਰ ਜਾਂਦਾ ਹੈ। ਇਸ ਪ੍ਰਕਾਰ ਭਾਈ ਸਤੀ ਦਾਸ ਜੀ ਵੀ ਜਿਹੜੇ ਹਨ ਅਡਿੱਗ ਅਤੇ ਅਡੋਲ ਰਹਿ ਕੇ ਸ਼ਹੀਦੀ ਨੂੰ ਪ੍ਰਾਪਤ ਕਰਦੇ ਹਨ। ਇੱਥੇ ਗੁਰੂ ਕੇ ਸਿੱਖਾਂ ਨੂੰ ਜਦੋਂ ਸ਼ਹੀਦ ਕੀਤਾ ਗਿਆ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਹੌਸਲੇ ਹੋਰ ਵੀ ਬੁਲੰਦ ਹੋਏ। ਮਾਲਕ ਜੀ ਨੂੰ ਝੁੰਝਲਾ ਨਹੀਂ ਸਕੇ, ਸਤਿਗੁਰੂ ਨੂੰ ਝੁਕਾ ਥੋੜ੍ਹੀ ਸਕੇ ਸਨ। ਅਤੇ ਕਾਜੀ ਨੇ ਜਦੋਂ ਪੁੱਛਿਆ ਨਾ, ਹਾਂਜੀ ਦੱਸੋ, ਅਤੇ ਸਪਸ਼ਟ ਫਿਰ ਕੀਤਾ ਸਤਿਗੁਰਾਂ ਨੇ ਕਿ ਤੁਸੀਂ ਆਪਣਾ ਅਤਿਆਚਾਰ ਜਿਹੜਾ ਹੈ ਉਹਨੂੰ ਜਾਰੀ ਰੱਖੋ ਅਤੇ ਮੈਂ ਆਪਣਾ ਜਿਹੜਾ ਹੈ ਵਾਹਿਗੁਰੂ ਪਰਮਾਤਮਾ ਦਾ ਸਿਮਰਨ ਉਹਦੇ ਤੋਂ ਦੂਰ ਨਹੀਂ ਜਾਵਾਂਗਾ, ਤੁਸੀਂ ਆਪਣਾ ਅਤਿਆਚਾਰ ਜਾਰੀ ਰੱਖੋ। 3 ਸਿੱਖ ਤਾਂ ਸ਼ਹੀਦ ਹੋ ਗਏ ਹਨ, ਚੌਥੇ ਦੀ ਹੁਣ ਮੇਰੀ ਵਾਰੀ ਹੈ ਅਤੇ ਮੈਨੂੰ ਵੀ ਜਲਦੀ ਤੋਂ ਜਲਦੀ ਸ਼ਹੀਦ ਕਰੋ ਤਾਂ ਕਿ ਜੋ ਇਹਨਾਂ ਦਾ ਜਿਹੜਾ ਧਰਮ ਹੈ ਉਹ ਬਚਾਇਆ ਜਾ ਸਕੇ। ਉਹ ਕਾਜੀ ਜਿਹੜਾ ਸੀ ਨਾ ਹੋਰ ਤਹਿਸ ਦੇ ਵਿੱਚ ਆ ਗਿਆ, ਕਹਿਣ ਲੱਗਾ ਕਿ ਮੇਰੀ ਤਾਂ ਪਹਿਲਾਂ ਹੀ ਨਹੀਂ ਇਹਨਾਂ ਨੇ ਮੰਨੀ ਅਤੇ ਹੁਣ ਵੀ ਮੈਨੂੰ ਹੀ ਮਖੌਲਾਂ ਕਰਦੇ ਹਨ, ਮੈਨੂੰ ਹੀ ਟਿੱਚਰਾਂ ਕਰਦੇ ਹਨ। ਕਾਜੀ ਨੇ ਨਾ ਫਤਵਾ ਜਾਰੀ ਕਰਵਾਇਆ, ਫਟਾਫਟ ਕਹਿਣ ਲੱਗਾ ਕਿ ਫਤਵਾ ਜਾਰੀ ਕਰੋ, ਇਹ ਨਹੀਂ ਗੱਲ ਬਣਨੀ ਹੈਗੀ, ਫਟਾਫਟ ਫਤਵਾ ਜਾਰੀ ਕਰੋ ਅਤੇ ਇਹਦਾ ਜਿਹੜਾ ਸੀਸ ਹੈ ਉਹ ਧੜ ਤੋਂ ਅਲੱਗ ਕਰ ਦਿਓ। ਜਦੋਂ ਇਹਦਾ ਸੀਸ ਧੜ ਤੋਂ ਅਲੱਗ ਕਰਨ ਦੀ ਗੱਲ ਕਰਾਂਗੇ, ਸ਼ਾਇਦ ਉਹਦੇ ਮਨ 'ਚ ਖਿਆਲ ਸੀ ਕਿ ਡਰ ਦੇ ਮਾਰੇ ਇਹ ਮੇਰੀ ਗੱਲ ਸਵੀਕਾਰ ਕਰ ਲੈਣਗੇ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਆਏ ਹੀ ਸ਼ਹੀਦੀ ਪ੍ਰਾਪਤ ਕਰਨ ਦੇ ਲਈ ਸਨ, ਤਾਂ ਹੀ ਤਾਂ ਇਹਨਾਂ ਦੇ ਪਰਥਾਏ ਅਸੀਂ ਇਹ ਗੱਲ ਸੁਣਦੇ ਹਾਂ, ਸਮਝਦੇ ਹਾਂ। ਸੂਰਾ ਸੋ ਪਹਿਚਾਨੀਏ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਇਹ ਬਚਨ ਅਸੀਂ ਹਮੇਸ਼ਾ ਹੀ ਪੜ੍ਹਦੇ ਹਾਂ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਭਾਵ ਕਿ ਮੈਂ ਨਾ ਜਿਹੜਾ ਭੈ ਨਹੀਂ ਸਵੀਕਾਰ ਕਰਦਾ। ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ ਬਖਾਨ। ਸੂਰਾ ਵੀ ਉਹ ਹੀ ਹੈ ਜਿਹਨੂੰ ਪਰਮਾਤਮਾ ਦਾ ਰੰਗ ਲੱਗਿਆ ਹੋਵੇ, ਵਾਹਿਗੁਰੂ ਦੀ ਕਿਰਪਾ ਚੜ੍ਹੀ ਹੋਵੇ ਅਤੇ ਮੌਤ ਨੂੰ ਮਖੌਲਾਂ ਕਰਦਾ ਹੋਵੇ ਅਤੇ ਹੱਸ ਹੱਸ ਕੇ ਮੌਤ ਨੂੰ ਪ੍ਰਾਪਤ ਕਰਨ ਲੱਗਿਆਂ ਵੀ ਸਤਿਗੁਰਾਂ ਦਾ ਧੰਨਵਾਦ ਕਰਦੇ ਹੋਣ। ਅਤੇ ਇੱਥੇ ਮੈਂ ਬੇਨਤੀ ਕਰ ਦੇਵਾਂ, ਜਦੋਂ ਸਤਿਗੁਰੂ ਜੀ ਨੂੰ ਸ਼ਹੀਦ ਕਰਨ ਲੱਗੇ ਨਾ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਨੂੰ, ਅਤੇ ਸਤਿਗੁਰੂ ਜੀ ਉਸ ਸਮੇਂ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਸਨ ਅਤੇ ਕਾਜੀ ਦੇ ਵੱਲੋਂ ਜਲਾਦ ਨੂੰ ਇਸ਼ਾਰਾ ਹੋਇਆ, ਇਸ਼ਾਰਾ ਮਿਲਣ 'ਤੇ ਤਲਵਾਰ ਨੂੰ ਮਿਆਨ 'ਚੋਂ ਕੱਢਿਆ ਅਤੇ ਇੱਕੋ ਵਾਰ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੀਸ ਨੂੰ ਧੜ ਤੋਂ ਅਲੱਗ ਕਰ ਦਿੱਤਾ ਅਤੇ ਸਤਿਗੁਰੂ ਆਪਣੇ ਮੁਖੜੇ 'ਚੋਂ ਜਪਜੀ ਸਾਹਿਬ ਦਾ ਪਾਠ ਕਰਦੇ ਪਏ ਸਨ। ਸ਼ੁਕਰਾਨਾ ਕਰਦੇ ਸਨ ਉਸ ਮਾਲਕ ਦਾ, ਵਾਹਿਗੁਰੂ ਦਾ, ਕਿ ਸਤਿਗੁਰੂ ਜੀ ਤੁਸੀਂ ਕਿਰਪਾ ਰੱਖਿਓ, ਮਿਹਰ ਰੱਖਿਓ, ਦਇਆ ਕਰ ਦਿਓ, ਤੁਹਾਡੀ ਮਿਹਰ ਦੇ ਨਾਲ ਮੈਂ ਸ਼ਹੀਦ ਹੋਣ ਜਾ ਰਿਹਾ ਹਾਂ, ਗੁਰੂ ਨਾਨਕ ਦੇ ਸਿਧਾਂਤ ਉੱਤੇ ਫੁੱਲ ਚੜਾਉਣ ਜਾ ਰਿਹਾ ਹਾਂ। ਉੱਧਰ ਜਲਾਦ ਸਤਿਗੁਰਾਂ ਦੇ ਸੀਸ ਉੱਤੇ ਕਿਰਪਾਨ ਚਲਾ ਰਿਹਾ ਹੈ, ਇੱਧਰ ਸਤਿਗੁਰੂ ਜਪਜੀ ਸਾਹਿਬ ਦਾ ਪਾਠ ਕਰਦਿਆਂ ਹੋਏ ਸ਼ਹੀਦੀ ਪ੍ਰਾਪਤ ਕਰ ਜਾਂਦੇ ਹਨ। ਸੋ ਇਸ ਪ੍ਰਕਾਰ ਜਿਹੜੇ ਸਿੱਖ ਗੁਰੂ, ਜਿਹੜੀਆਂ ਉਹਨਾਂ ਨੇ ਸ਼ਹਾਦਤਾਂ ਦਿੱਤੀਆਂ, ਜਿਹੜੀਆਂ ਉਹਨਾਂ ਨੇ ਕੁਰਬਾਨੀਆਂ ਦਿੱਤੀਆਂ, ਉਹਨਾਂ ਤੋਂ ਅਸੀਂ ਬਹੁਤ ਕੁਝ ਪ੍ਰਾਪਤ ਕਰ ਸਕਦੇ ਹਾਂ ਜੇ ਸਿੱਖਣਾ ਹੋਵੇ। ਅੱਜ ਬੇਸ਼ੱਕ ਸਿੱਖਾਂ ਨੂੰ ਅੱਤਵਾਦੀ, ਟੈਰਰਿਸਟ, ਪਤਾ ਨਹੀਂ ਕੀ ਕੁਝ ਕਹਿ ਕੇ ਬੁਲਾਇਆ ਜਾਂਦਾ ਹੈ ਮੀਡੀਆ ਦੇ ਵੱਲੋਂ, ਬੜਾ ਕੁਝ ਕਿਹਾ ਜਾਂਦਾ ਹੈ ਕਿਸਾਨਾਂ ਦੇ ਬਾਰੇ ਵਿੱਚ, ਬੜਾ ਕੁਝ ਸਿੱਖਾਂ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ, ਪਰ ਯਾਦ ਕਰਿਆ ਕਰੋ ਉਹ ਕੁਰਬਾਨੀਆਂ
ਚੇਤੇ ਕਰਿਆ ਕਰੋ ਉਹ ਪੁਰਾਣੇ ਇਤਿਹਾਸ ਨੂੰ, ਚੇਤੇ ਕਰਿਆ ਕਰੋ ਉਹ ਗੱਲਾਂ ਨੂੰ ਜਦੋਂ ਔਰੰਗਜ਼ੇਬ ਦਾ ਜ਼ੁਲਮ ਹੁੰਦਾ ਸੀ ਅਤੇ ਹਰ ਥਾਂ ਥਾਂ ਉੱਤੇ ਤੁਸੀਂ ਮੱਥੇ ਟੇਕੇ, ਹਰ ਥਾਂ ਥਾਂ ਉੱਤੇ ਆਪਣੇ ਨੱਕ ਗੋਡੇ ਰਗੜੇ, ਕੇਵਲ ਅਤੇ ਕੇਵਲ ਗੁਰੂ ਨਾਨਕ ਦੇ ਘਰ ਦੇ ਵਿੱਚ ਪਹੁੰਚ ਕੇ ਹੀ ਤੁਹਾਡੀ ਪੂਰੀ ਪਈ ਸੀ। ਸਤਿਗੁਰਾਂ ਦੇ ਦਰਬਾਰ ਤੋਂ ਬਿਨਾਂ ਹੋਰ ਕਿਸੇ ਪਾਸੇ ਕੋਈ ਤੁਹਾਡਾ ਕਿਸੇ ਨੇ ਬਾਂਹ ਨਹੀਂ ਸੀ ਫੜੀ। ਮਾਫ਼ ਕਰਨਾ, ਮੈਨੂੰ ਇਹ ਗੱਲ ਕਹਿਣੀ ਪਈ ਕਿ ਅੱਜ ਅਸੀਂ ਜੇ ਅਕਿਰਤ ਕਣ ਨਾ ਹੋਈਏ ਤਾਂ ਸਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕੇਗਾ। ਅਕਿਰਤ ਕਣਤਾ ਨੂੰ ਛੱਡਦੇ ਹੋਏ ਸਗੋਂ ਸਤਿਗੁਰਾਂ ਦੇ ਗੁਣਾਂ ਨੂੰ ਗਾਈਏ, ਮਾਲਕ ਜੀ ਦੇ ਗੁਣਾਂ ਨੂੰ ਗਾਈਏ, ਚੇਤੇ ਰੱਖੀਏ ਉਸ ਪੁਰਾਣੇ ਸਮੇਂ ਨੂੰ, ਯਾਦ ਕਰੀਏ ਉਹ ਸਾਰੀਆਂ ਗੱਲਾਂ ਕਿ ਕਿੱਦਾਂ ਸਾਡੇ ਜਿਹੜੇ ਵੱਡੇ ਵਡੇਰੇ ਸਨ ਅਨੰਦਪੁਰ ਸਾਹਿਬ ਦੇ ਵਿੱਚ ਸਤਿਗੁਰਾਂ ਦੇ ਅੱਗੇ ਹੱਥ ਜੋੜ ਕੇ ਖੜ੍ਹੇ ਸਨ। ਭਾਵੇਂ ਕਿ ਅੱਜ ਕਹਿਰ ਢਾਇਆ ਜਾ ਰਿਹਾ ਹੈ, ਜੋ ਮਰਜ਼ੀ ਕੀਤਾ ਜਾ ਰਿਹਾ ਹੈ, ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕੁਰਬਾਨੀ ਤੋਂ ਇਹ ਗੱਲ ਸਿੱਖ ਲੈਣੀ ਚਾਹੀਦੀ ਹੈ ਕਿ ਜਿਹੜਾ ਕੋਈ ਸ਼ਰਨ ਦੇ ਵਿੱਚ ਆਉਂਦਾ ਹੈ ਸਦਾ ਹੀ ਗੁਰੂ ਨਾਨਕ ਦਾ ਘਰ ਉਹਨੂੰ ਗਲਵੱਕੜੀ 'ਚ ਲੈਂਦਾ ਹੈ। ਸੋ ਸਤਿਗੁਰੂ ਜੀ ਦੇ ਪਾਵਨ ਵਿਚਾਰ ਨੂੰ ਸੰਗਤ ਦੇ ਸਾਹਮਣੇ ਰੱਖਦਿਆਂ ਹੋਇਆਂ, ਸੰਗਤ ਦੇ ਨਾਲ ਜੀਵਨ ਦੀਆਂ ਜੋ ਘਟਨਾਵਾਂ ਹਨ ਸਤਿਗੁਰੂ ਜੀ ਦੀਆਂ ਉਹਨਾਂ ਨੂੰ ਸਾਂਝੀਆਂ ਕਰਦਿਆਂ ਹੋਇਆਂ, ਅਣਜਾਣ ਬੱਚੇ ਤੋਂ ਅਨੇਕ ਗਲਤੀਆਂ ਹੋਈਆਂ ਹਨ। ਮਾਲਕ ਸਤਿਗੁਰੂ ਖਿਮਾ ਬਖਸ਼ਣਯੋਗ ਹਨ, ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।